देखो गल ये है सवाल ਚੱਕਣ ਦੀ ਗੱਲ नहीं हैगी भी ਜਾਂ ਅਸੀਂ ਇਹ ਗੱਲ ਕਰ ਰਹੇ ਹਾਂ ਵੀ ਉਹ ਨਾ ਝੂਠ ਦਾ ਆਪਣਾ ਜਿਹੜਾ ਹੈ ਨੈਰੇਟਿਵ ਨਾ ਬਣਾਉਣ। ਉਹ ਇੱਕ ਗੱਲ ਤਾਂ ਇਹ ਕਹਿ ਰਿਹਾ ਵੀ ਇਹ ਜੀ ਹਿਸਟਰੀ 'ਚ ਪਹਿਲੀ ਵਾਰ ਹੋਇਆ। ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਿਸਟਰੀ 'ਚ ਪਹਿਲੀ ਵਾਰ ਨਾ ਹਰ ਸਰਕਾਰ ਕਰਦੀ ਹੈ, ਪਰ ਹਾਂ ਹਿਸਟਰੀ 'ਚ ਇੱਕ ਚੀਜ਼ ਪਹਿਲੀ ਵਾਰ ਜ਼ਰੂਰ ਹੋਈ ਹੈ ਵੀ ਜਿਹੜੀਆਂ ਸ਼ਰਤਾਂ ਇਹਨਾਂ ਨੇ ਲਾਗੂ ਕੀਤੀਆਂ ਨੇ ਇਹ ਹਿਸਟਰੀ 'ਚ ਪਹਿਲੀ ਵਾਰ ਹੈ। मैं इस गल तो मुनकर नहीं हाँ। असी कदों कहने जे एजीटेशन होंदियां सी असी भी तो रेगूलर कीते सी, होर भी जिहड़े सीगे रेगूलर जिन्ने कीते जा सकदे कीते सी ते और भर्तियां भी कीतियां सी, मैक्सिमम भर्तियां कीतियां। ये नहीं है अज ये गल्लां करदे ना असीं 25,000 की भर्ती कर दांगे फिर बोर्ड लाने 20,000 रेगूलर करता। मेरा चैलेंज है 15,000 तो हजे एडवरटाइज होईयां नहीं। लगातार धरने लगी जा रहे हैं। हालांकि सरकार का कहना सीगा कि जो साडी सरकार आऊगी कोई टैंकियां ते नहीं चढ़ूगा, कोई धरने नहीं लगणगे, कोई डांगा नहीं वराईयां जाणगीਆਂ। यही तो ਅਸੀਂ ਗੱਲ ਕਹਿ ਰਹੇ ਹਾਂ ਵੀ ਭਾਈ ਤੁਸੀਂ ਉਦੋਂ ਕਾਹਨੂੰ ਝੂਠ ਬੋਲੇ। ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਇਹਨਾਂ ਦੇ ਬੇਸ ਹੀ ਇਹਨਾਂ ਨੇ ਝੂਠ ਬਣਾਇਆ। ਝੂਠ ਨਾ ਬੋਲੋ। ਅਸੀਂ ਜਿੰਨਾ ਕਰ ਸਕਦੇ ਸੀ ਕੀਤਾ। ਅਸੀਂ ਇਹ ਤਾਂ ਨਹੀਂ ਕਿਹਾ ਵੀ ਝੂਠ ਬੋਲ ਕੇ ਕੀਤਾ ਵੀ ਸਾਰੇ ਕਰ ਗਏ। ਅਸੀਂ ਵੀ ਨਹੀਂ ਮੰਨਦੇ ਵੀ ਸਾਰੇ ਨਹੀਂ ਹੋਏ ਸਾਥੋਂ। ਵੀ ਇਹ ਕਹਿੰਦੇ ਵੀ ਪੰਜਾਬ ਦੇ ਮੁੱਖ ਮੰਤਰੀ ਦੇ ਤੱਕ ਫੋਨ ਦੇ ਵਿੱਚ ਉਹੀ ਨਹੀਂ ਹੁੰਦਾ, ਬੈਲੈਂਸ ਹੀ ਨਹੀਂ ਹੁੰਦਾ। ਇਹ ਤਾਂ ਪੰਜਾਬ ਨੂੰ ਚੜ੍ਹਨਾ ਲੈਂਡ ਕਰੂਜ਼ਰ ਤੇ ਤਿੰਨ ਲੈਂਡ ਕਰੂਜ਼ਰਾਂ ਰੱਖੀਆਂ। ਪਿਛਲੇ ਸੀਐਮ 33 ਗੱਡੀਆਂ ਰੱਖਦੇ ਸੀ, ਇਹ 42 ਰੱਖਦੇ ਆ। ਉਦੋਂ ਬਾਅਦ ਕਹਿੰਦੇ ਅਸੀਂ ਹਜੇ ਸਾਡੇ ਦਾ ਫੋਨ 'ਚ ਹੀ ਬੈਲੈਂਸ ਨਹੀਂ। ਕਿਉਂ ਪੰਜਾਬ ਨੂੰ ਬਦਨਾਮ ਕਰ ਰਹੇ ਹੋ ਯਾਰ? ਪੰਜਾਬ ਨੇ ਤੁਹਾਨੂੰ ਲੈਂਡ ਕਰੂਜ਼ਰਾਂ ਦਿੱਤੀਆਂ, 42 ਗੱਡੀਆਂ ਦਿੱਤੀਆਂ ਚੜ੍ਹਨ ਨੂੰ। ਸਿਕਿਉਰਿਟੀ ਵਾਲੀਆਂ ਵੱਖਰੀਆਂ ਨੇ 50-60। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਮੈਂ ਹਾਂ ਸਾਹਿਲ। ਜਿੱਥੇ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਤਾਂ ਲਗਾਤਾਰ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੀਆਂ ਮੱਲਾਂ ਦੀਆਂ ਗੱਲਾਂ ਕਰਦੀ ਨਜ਼ਰ ਆਉਂਦੀ ਹੈ। ਜੇਕਰ ਗੱਲ ਕੀਤੀ ਜਾਵੇ ਤਾਂ ਬੀਤੇ ਦਿਨ 9,000 ਅਧਿਆਪਕ ਜਿਹੜੇ ਪੱਕੇ ਕਰਨ ਦਾ ਜਿਹੜੀ ਗੱਲ ਸਾਹਮਣੇ ਆਈ ਸੀ, ਜਿਸ ਦੇ ਵਿੱਚ ਪੰਜਾਬ ਦੇ ਜਿਹੜੇ ਸਿੱਖਿਆ ਮੰਤਰੀ ਨੇ ਹਰਜੋਤ ਬੈਂਸ ਉਹਨਾਂ ਵੱਲੋਂ ਜਿਹੜਾ ਹੈ ਨਿਯੁਕਤੀ ਪੱਤਰ ਵੰਡੇ ਗਏ ਸਨ। ਜਿਹੜੇ ਕੱਚੇ ਮੁਲਾਜ਼ਮ ਸਨ 9,000 ਅਧਿਆਪਕ ਸਨ ਉਹਨਾਂ ਨੂੰ ਪੱਕਿਆਂ ਕੀਤਾ ਗਿਆ ਸੀਗਾ, ਜਿਸ ਨੂੰ ਲੈ ਕੇ ਫਿਰ ਇੱਕ ਵਾਰੀ ਜਿਹੜੇ ਨੇ ਸਵਾਲ ਖੜੇ ਕਰ ਦਿੱਤੇ ਗਏ ਨੇ। ਸਾਡੇ ਨਾਲ ਪੰਜਾਬ ਕਾਂਗਰਸ ਦੇ ਸਪੋਕਸਪਰਸਨ ਸੁਖਦੇਵ ਸਿੰਘ ਜੀ ਮੌਜੂਦ ਨੇ। ਸੋ ਸੁਖਦੇਵ ਜੀ, ਇਸ ਵਾਰ ਫਿਰ ਆਪੋਜੀਸ਼ਨ ਹੋਣ ਦੇ ਨਾਤੇ, ਆਪੋਜੀਸ਼ਨ ਪਾਰਟੀ ਹੋਣ ਦੇ ਨਾਤੇ ਵੱਡੇ ਦੋਸ਼ ਤੁਹਾਡੇ ਵੱਲੋਂ ਲਗਾਏ ਜਾ ਰਹੇ ਨੇ ਆਮ ਆਦਮੀ ਪਾਰਟੀ ਦੇ। ਇੱਕ ਪਾਸੇ ਆਮ ਆਦਮੀ ਪਾਰਟੀ 9,000 ਅਧਿਆਪਕ ਪੱਕੇ ਕਰਨ ਦੇ ਆਪਣੀ ਪਿੱਠ ਥਪਥਪਾਉਂਦੀ ਪਈ, ਪਰ ਦੂਜੇ ਪਾਸੇ ਤੁਹਾਡੇ ਵੱਲੋਂ ਉਸ 'ਤੇ ਸਵਾਲ ਚੱਕੇ ਜਾ ਰਹੇ ਨੇ। ਦੇਖੋ ਗੱਲ ਇਹ ਹੈ ਸਵਾਲ ਚੱਕਣ ਦੀ ਗੱਲ ਨਹੀਂ ਹੈਗੀ ਵੀ ਜਾਂ ਅਸੀਂ ਇਹ ਗੱਲ ਕਰ ਰਹੇ ਹਾਂ ਵੀ ਉਹ ਨਾ ਝੂਠ ਦਾ ਆਪਣਾ ਜਿਹੜਾ ਹੈ ਨੈਰੇਟਿਵ ਨਾ ਬਣਾਉਣ। ਉਹ ਇੱਕ ਗੱਲ ਤਾਂ ਇਹ ਕਹਿ ਰਿਹਾ ਵੀ ਇਹ ਜੀ ਹਿਸਟਰੀ 'ਚ ਪਹਿਲੀ ਵਾਰ ਹੋਇਆ। ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਿਸਟਰੀ 'ਚ ਪਹਿਲੀ ਵਾਰ ਨਾ ਹਰ ਸਰਕਾਰ ਕਰਦੀ ਹੈ, ਪਰ ਹਾਂ ਹਿਸਟਰੀ 'ਚ ਇੱਕ ਚੀਜ਼ ਪਹਿਲੀ ਵਾਰ ਜ਼ਰੂਰ ਹੋਈ ਹੈ ਵੀ ਜਿਹੜੀਆਂ ਸ਼ਰਤਾਂ ਇਹਨਾਂ ਨੇ ਲਾਗੂ ਕੀਤੀਆਂ ਨੇ ਇਹ ਹਿਸਟਰੀ 'ਚ ਪਹਿਲੀ ਵਾਰ ਹੈ। ਇਹਨਾਂ ਨੇ ਕੀ ਕੀਤਾ, ਉਸ ਟੀਚਰਸ ਨੂੰ ਰੈਗੂਲਰ ਤਾਂ ਕਹਿੰਦੇ ਅਸੀਂ ਕਰਤਾ, ਕੇਡਰ ਵੱਖਰਾ ਬਣਾਤਾ। ਵੀ ਦੂਜੇ ਪੰਜਾਬ ਦੇ ਵਿੱਚ ਕੇਡਰ 'ਚ ਕਿਉਂ ਨਹੀਂ ਮਰਜ ਕਰਦੇ ਜੀ ਤੁਸੀਂ? ਉਹਨਾਂ ਦਾ ਕੇਡਰ ਸੀ ਕਹਿੰਦੇ ਵੱਖਰਾ ਬਣਾਤਾ, ਔਰ ਵੱਖਰੇ ਕੇਡਰ ਤੋਂ ਬਾਅਦ ਔਰ ਜਿਹੜੀਆਂ ਲਿਖਿਆ ਵੀ ਪੰਜਾਬ ਸਰਕਾਰ ਦੀਆਂ ਜਿਹੜੀਆਂ ਮੌਜੂਦਾ ਸੇਵਾ ਸ਼ਰਤਾਂ ਨੇ ਉਹ ਲਾਗੂ ਕਰਤੀਆਂ। ਉਹਦੇ ਮੁਤਾਬਕ ਤਾਂ 3 ਸਾਲ ਦਾ ਪਰਖ ਕਾਲ ਸਮਾਂ ਹੋਊਗਾ। ਉਹ 'ਤੇ ਮੁੱਢਲੀ ਤਨਖਾਹ ਮਿਲੂਗੀ। ਜੇ ਮੁੱਢਲੀ ਤਨਖਾਹ ਮਿਲੂਗੀ ਉਹ 10,300 ਮਿਲੂਗੀ। 12,500 ਤਾਂ ਲੈ ਰਹੇ ਨੇ, ਤਨਖਾਹ ਘਟੂਗੀ। ਅਗਲੀ ਗੱਲ, ਜੇ ਇਹ ਗੱਲ ਕਹਿੰਦੇ ਵੀ ਪਹਿਲੀ ਵਾਰ ਹੋਇਆ, ਇਹ ਬਿਲਕੁਲ ਗਲਤ ਗੱਲ ਕਹਿ ਰਹੇ ਆ। ਪਿਛਲੇ ਸਮਿਆਂ ਦੇ ਵਿੱਚ ਸਾਡੀ ਜਿਹੜੀ ਕਾਂਗਰਸ ਦੀ ਸਰਕਾਰ ਸੀ, ਅਸੀਂ ਚਾਹੇ ਉਹ ਰਮਸਾ ਟੀਚਰ ਸੀ, ਚਾਹੇ ਉਹ SSA ਟੀਚਰ ਸੀ, ਚਾਹੇ ਉਹ ਆਦਰਸ਼ ਸਕੂਲਾਂ ਦੇ ਪ੍ਰਿੰਸੀਪਲ ਸੀ ਜਾਂ ਉਹਨਾਂ ਦੇ ਟੀਚਰ ਸੀ, ਜਾਂ 51-78 ਵਾਲੇ ਟੀਚਰ ਸੀ, ਉਹ ਵੀ ਲਗਭਗ 12-13-14,000 ਬਣ ਜਾਂਦੇ ਨੇ। ਉਹ ਅਸੀਂ ਵੀ ਰੈਗੂਲਰ ਕੀਤੇ ਸੀ, ਪਰ ਅਸੀਂ ਉਹਨਾਂ 'ਤੇ ਜਿਹੜਾ ਸ਼ਰਤਾਂ ਸੀਗੀਆਂ ਉਹਨਾਂ ਨੂੰ ਛੋਟ ਦਿੱਤੀ ਸੀ, ਕਿਉਂਕਿ ਉਹ ਲੰਬੇ ਸਮੇਂ ਤੋਂ ਜੇ ਬੰਦਾ ਕੱਚਾ ਮੁਲਾਜ਼ਮ ਕੰਮ ਕਰ ਰਿਹਾ, ਅਸੀਂ ਉਹਨਾਂ ਦਾ ਪਰਖ ਕਾਲ ਸਮਾਂ 3 ਸਾਲ ਤੋਂ ਘਟਾ ਕੇ 2 ਸਾਲ ਕੀਤਾ ਸੀ। ਔਰ ਜਿਹੜੇ ਮੁਲਾਜ਼ਮਾਂ ਦੀ ਤਨਖਾਹ ਘਟ ਰਹੀ ਸੀਗੀ ਅਸੀਂ ਉਹਨੂੰ ਪੂਰੀ ਤਾਂ ਨਹੀਂ ਕੰਪਨਸੇਟ ਕੀਤੀ। ਅਸੀਂ ਇਹ ਵੀ ਐਵੇਂ ਝੂਠ ਬੋਲ ਕੇ ਜਾਈਏ, ਕਿਉਂਕਿ ਅਸੀਂ ਜਵਾਬਦੇਹ ਹਾਂ। ਅਸੀਂ ਜੇ ਉਹਨਾਂ ਦੀ ਤਨਖਾਹ ਘਟ ਰਹੀ ਸੀ 10,300 ਦੀ ਥਾਂ 'ਤੇ ਉਹਨਾਂ ਨੂੰ 15,000 'ਤੇ ਫਿਕਸ ਕਰਕੇ ਗਏ ਸੀ, ਔਰ ਪਰਖ ਕਾਲ ਸਮਾਂ ਵੀ ਘਟਾਇਆ ਸੀ। ਇਸ ਕਰਕੇ ਅਸੀਂ ਇਹ ਗੱਲ ਕਹਿੰਦੇ ਹਾਂ ਵੀ ਅੱਜ ਜਿਹੜੇ ਦਮਗਜੇ ਮਾਰ ਰਹੇ ਨੇ ਇਹ ਝੂਠ ਦਾ ਪਲਿੰਦਾ ਵੀ ਤੁਸੀਂ ਜਾਂ ਤਾਂ ਪੁਰਾਣੀਆਂ ਸ਼ਰਤਾਂ 'ਤੇ ਜਿਹੜੀਆਂ ਅਸੀਂ ਕਰਕੇ ਗਏ ਕਰੋ ਨਾ। ਔਰ ਮੈਨੂੰ ਇਸ ਗੱਲ ਦਾ ਵੀ ਖਦਸ਼ਾ ਹੈ, ਜਿਸ ਤਰੀਕੇ ਨਾਲ ਇਹ ਵੱਖਰਾ ਕੇਡਰ ਬਣਾਤਾ, ਕੱਲ੍ਹ ਨੂੰ ਇਹਨਾਂ ਨੇ ਇਹ ਕਹਿ ਦੇਣਾ ਇਹਨਾਂ ਨੂੰ ਰਿਟਾਇਰਮੈਂਟ ਤੋਂ ਬਾਅਦ ਨਾ ਲੀਵ ਇਨਕੈਸ਼ਮੈਂਟ ਮਿਲਣੀ ਹੈ, ਨਾ ਗ੍ਰੈਚੁਟੀ ਮਿਲਣੀ ਹੈ, ਨਾ ਕੁਝ ਹੋਰ ਮਿਲਣਾ। ਇਸ ਕਰਕੇ ਸਾਨੂੰ ਇਹ ਵੀ ਖਦਸ਼ੇ ਹੈ। ਅਸੀਂ ਇਹ ਵੀ ਚਾਹੁੰਦੇ ਹਾਂ ਵੀ ਸਰਕਾਰ ਕਲੀਅਰ ਕਰੇ ਵੀ ਕੀ ਗ੍ਰੈਚੁਟੀ ਦੇਊਗੀ ਇਹਨਾਂ ਨੂੰ ਰਿਟਾਇਰਮੈਂਟ ਤੋਂ ਬਾਅਦ, ਕੀ ਇਹਨਾਂ ਨੂੰ ਪੈਨਸ਼ਨਰੀ ਬੈਨੀਫਿਟਸ ਦੇਊਗੀ, ਕੀ ਇਹ ਸਰਕਾਰ ਪਹਿਲਾਂ ਆਉਣ ਤੋਂ ਕਹਿੰਦੇ ਸੀ ਵੀ ਅਸੀਂ 2004 ਤੋਂ ਜਿਹੜੀ ਬੰਦ ਕੀਤੀ ਹੋਈ ਪੈਨਸ਼ਨ ਹੈ ਉਹ ਲਾਗੂ ਕਰਾਂਗੇ, ਕਿ ਕਰੂਗੀ? ਮੇਰੇ ਖਿਆਲ ਦੇ ਵਿੱਚ ਇਹ ਗੱਲਾਂ ਦੇ ਜਵਾਬ ਸਰਕਾਰ ਨੂੰ ਦੇਣੇ ਬਣਦੇ ਆ। ਇਹ ਇੱਕ ਝੂਠਾ ਨੈਰੇਟਿਵ ਬਣਾ ਕੇ ਵੀ ਇਹ ਆਪਦੇ ਆਪ ਨੂੰ ਹੀ ਕਹਿੰਦੇ ਅਸੀਂ ਵੀ ਕੀਤਾ, ਅੱਜ ਤੱਕ ਹੋਇਆ ਹੀ ਨਹੀਂ 70 ਸਾਲ 'ਚ ਕੁਝ, ਇਹ ਗਲਤ ਹੈ। ਇਹ ਜੇ ਅੱਜ ਕੇਜਰੀਵਾਲ IIT ਕਰਕੇ ਇਹਨਾਂ ਦਾ ਉਹ ਬਣਿਆ ਹੋਇਆ, ਉਹ IIT
ਪੀਜੀਆਈਟੀ ਵੀ ਪਿਛਲੇ 70 ਸਾਲਾਂ 'ਚ ਹੀ ਬਣੀ ਸੀ। ਜੇ ਇਹ ਸਾਡਾ ਐਡਾ ਤਾਮਚਾਮ ਪੀਜੀ ਜੇ ਅੱਜ ਅਸੀਂ ਖੜ ਕੇ ਤੁਹਾਡੇ ਨਾਲ ਗੱਲ ਕਰ ਰਹੇ ਹਾਂ, ਇਹ ਵੀ 70 ਸਾਲਾਂ ਦੀ ਵੀ ਦੇਣ ਹੈ, ਚਾਹੇ ਉਹ ਟੈਲੀਕਮਿਊਨੀਕੇਸ਼ਨ ਹੋਵੇ, ਚਾਹੇ ਫੋਨ ਹੋਣ, ਚਾਹੇ ਹੋਰ ਕਿਸਮ ਦੀ ਤਰੱਕੀ ਹੋਵੇ। ਇਸ ਕਰਕੇ ਝੂਠ ਦਾ ਨੈਰੇਟਿਵ ਨਾ ਬਣਾਓ। ਇਹਦੇ ਵਿੱਚ ਸੁਖਦੇਵ ਜੀ ਇੱਕ ਗੱਲ ਤਾਂ ਜ਼ਰੂਰ ਸਾਹਮਣੇ ਆਉਂਦੀ, ਜੇਕਰ ਗੱਲ ਕੀਤੀ ਜਾਵੇ ਤੁਹਾਡੇ ਕਾਰਜਕਾਲ ਦੀ, ਜੋ ਪਹਿਲਾ ਕਾਰਜਕਾਲ ਰਿਹਾ ਕਾਂਗਰਸ ਦਾ, ਕੈਪਟਨ ਅਮਰਿੰਦਰ ਸਿੰਘ ਦਾ ਕਾਰਜਕਾਲ ਰਿਹਾ, ਸਵਾਲ ਤਾਂ ਉਸ ਵੇਲੇ ਵੀ ਬਹੁਤ ਜ਼ਿਆਦਾ ਚੱਕੇ ਗਏ ਸੀ, ਖਾਸ ਕਰਕੇ ਟੀਚਰਸ ਉਦੋਂ ਵੀ ਜਿਹੜੇ ਲਗਾਤਾਰ ਧਰਨਿਆਂ ਤੇ ਸੀਗੇ, ਟੀਚਰਸ ਉਦੋਂ ਵੀ ਕਾਫੀ ਰੋਂਦੇ ਸੀਗੇ। ਮੈਂ ਇਸ ਗੱਲ ਤੋਂ ਮੁਨਕਰ ਨਹੀਂ ਹਾਂ। ਅਸੀਂ ਕਦੋਂ ਕਹਿੰਦੇ ਹਾਂ ਜੇ ਐਜੀਟੇਸ਼ਨਾਂ ਹੁੰਦੀਆਂ ਸੀ, ਅਸੀਂ ਵੀ ਤਾਂ ਰੈਗੂਲਰ ਕੀਤੇ ਸੀ, ਹੋਰ ਵੀ ਜਿਹੜੇ ਸੀਗੇ ਰੈਗੂਲਰ ਜਿੰਨੇ ਕੀਤੇ ਜਾ ਸਕਦੇ ਕੀਤੇ ਸੀ, ਤੇ ਔਰ ਭਰਤੀਆਂ ਵੀ ਕੀਤੀਆਂ ਸੀ, ਮੈਕਸਿਮਮ ਭਰਤੀਆਂ ਕੀਤੀਆਂ। ਇਹ ਨਹੀਂ ਹੈ ਅੱਜ ਇਹ ਗੱਲਾਂ ਕਰਦੇ ਨਾ ਅਸੀਂ 25,000 ਦੀ ਭਰਤੀ ਕਰ ਦਾਂਗੇ, ਫਿਰ ਬੋਰਡਾਂ ਦੇ 20,000 ਰੈਗੂਲਰ ਕਰਤਾ। ਮੇਰਾ ਚੈਲੰਜ ਹੈ 15,000 ਤਾਂ ਹਜੇ ਐਡਵਰਟਾਈਜ਼ ਹੋਈਆਂ ਨਹੀਂ, 25,000 ਜਿਹੜੀ ਇਹਨਾਂ ਨੇ ਕਿਹਾ ਸੀ ਉਹ 'ਚੋਂ 15,000 ਐਡਵਰਟਾਈਜ਼ ਹੋਈਆਂ, 20,000 ਅਸੀਂ ਰੱਖ ਵੀ ਲਿਆ। ਕੋਈ ਗੱਲਾਂ ਨੇ, ਝੂਠ ਨਾ ਬੋਲੀਏ। ਹਾਂ, ਇਹਨਾਂ ਨੇ ਡਾਕੀਏ ਦਾ ਕੰਮ ਜ਼ਰੂਰ ਕੀਤਾ। ਪਿਛਲੇ ਸਮਿਆਂ ਦੇ ਵਿੱਚ ਇਲੈਕਸ਼ਨ ਕੋਡ ਲੱਗ ਗਿਆ, ਬਹੁਤ ਸਾਰੀਆਂ ਪੋਸਟਾਂ ਚਾਹੇ ਪੁਲਿਸ ਦੀਆਂ ਸੀ ਜਾਂ ਹੋਰ ਸੀ, ਉਹ ਜਿਹੜੀਆਂ ਭਰਤੀਆਂ ਕੀਤੀਆਂ ਹੋਈਆਂ ਸੀਗੀਆਂ ਉਹਨਾਂ ਨੂੰ ਆ ਕੇ ਇਹਨਾਂ ਨੇ ਨਿਯੁਕਤੀ ਪੱਤਰ ਜ਼ਰੂਰ ਦੇਤੇ। ਹਾਂ, ਇੱਕ ਗੱਲ ਜਿਹੜੀ ਮੈਂ ਤੁਹਾਨੂੰ ਕਹੂੰਗਾ, ਅਸੀਂ ਬਿਜਲੀ ਬੋਰਡ ਦੇ ਵਿੱਚ ALM ਭਰਤੀ ਕੀਤੇ 7,000 ਤੋਂ ਵੱਧ। ਅਸੀਂ ਉਹਨਾਂ ਦੀ ਉਮਰ ਦੇ ਵਿੱਚ ਛੋਟ ਦਿੱਤੀ, 42 ਸਾਲ ਕੀਤੀ, ਕਿਉਂਕਿ ਉਹ ਪੁਰਾਣੇ ਲੰਬੇ ਸਮੇਂ ਤੋਂ ਲਟਕ ਰਹੇ ਸੀਗੇ ਅਪ੍ਰੈਂਟਿਸ ਕਰਕੇ ਮੁੰਡੇ। ਉਹਨਾਂ ਨੂੰ ਬਿਨਾਂ ਟੈਸਟ ਦੇ ਮੈਰਿਟ ਤੇ ਈਵਨ ਅਸੀਂ ਉਹਨਾਂ ਨੂੰ ਹੋਰ ਛੋਟਾਂ ਦਿੱਤੀਆਂ ਵੀ ਯਾਰ ਕੋਈ ਸਰਟੀਫਿਕੇਟ ਬਣਾਓ ਤਜਰਬੇ ਦਾ, ਉਹ ਵੀ ਨੰਬਰ ਦਿੱਤੇ, ਉਹ ਰੈਗੂਲਰ ਕੀਤੇ। ਤੇ ਪਰ ਇਹਨਾਂ ਨੇ ਹੁਣ ਆ ਕੇ ਉਹਨਾਂ ਨੂੰ ਨਾ ਤਾਂ ਉਮਰ ਦੀ ਛੋਟ ਦਿੱਤੀ ਹੈ, ਔਰ ਨਾ ਹੀ ਪਹਿਲਾਂ ਉਹਨਾਂ ਦੇ ਧਰਨਿਆਂ 'ਚ ਜਾਂਦੇ ਹੁੰਦੇ ਸੀ, ਹੁਣ ਨਾ ਹੀ ਇਹਨਾਂ ਨੇ ਟੈਸਟ ਲਾਤਾ। ਹੁਣ ਜੇ ਉਹ ਧਰਨੇ ਤੇ ਬੈਠੇ ਤਾਂ ਉਹਨਾਂ ਨੇ ਡਾਂਗ ਫੇਰੀ ਇਹਨਾਂ ਨੇ, ਹੋਰ ਇਹਨਾਂ ਨੇ ਕੁਝ ਨਹੀਂ ਕੀਤਾ। ਪਰ ਇਹਦੇ ਵਿੱਚ ਇੱਕ ਸਵਾਲ ਇਹ ਵੀ ਸਾਹਮਣੇ ਆਉਂਦਾ ਨਾ ਸਰ, ਜੇਕਰ ਗੱਲ ਕੀਤੀ ਜਾਵੇ 646 PIT ਜਿਹੜੇ ਟੀਚਰਸ ਨੇ, ਅਧਿਆਪਕ ਨੇ, ਉਹ ਅੱਜ ਵੀ PTI ਅਧਿਆਪਕ ਜਿਹੜੇ ਅੱਜ ਵੀ ਉਹ ਧਰਨੇ ਤੇ ਬੈਠੇ ਹੋਏ ਨੇ। 2011 ਤੋਂ ਲੈ ਕੇ ਉਹਨਾਂ ਦੀ ਭਰਤੀਆਂ ਹੋਈਆਂ ਉਸ ਦੇ ਉੱਤੇ ਲਗਾਤਾਰ ਧਰਨੇ ਤੇ ਨਜ਼ਰ ਆ ਰਹੇ ਨੇ, ਅੱਜ ਵੀ ਟੈਂਕੀਆਂ ਦੇ ਉੱਤੇ ਚੜੇ ਹੋਏ ਨਜ਼ਰ ਆ ਰਹੇ ਨੇ। ਫਿਰ ਉਹ ਤੁਸੀਂ ਏਡੇ ਵੱਡੇ ਨੰਬਰ ਸਾਰੀਆਂ ਸਰਕਾਰਾਂ ਗਿਣਾ ਦਿੰਦੀਆਂ, 9,000 ਆਮ ਆਦਮੀ ਪਾਰਟੀ ਗਿਣਾਤਾ, 15-20,000 ਤੁਸੀਂ ਗਿਣਾਤਾ, ਪਰ ਇਹ ਜਿਹੜੇ 646 ਨੇ ਇਹ ਹੱਲੇ ਵੀ ਲਟਕੇ ਹੋਏ ਨੇ। ਦੇਖੋ ਜਿਹੜਾ PTI ਟੀਚਰਸ ਦਾ, ਅਸੀਂ ਉਸ ਟਾਈਮ ਦੇ ਉੱਤੇ ਇਹਨਾਂ ਦੀਆਂ ਪੋਸਟਾਂ ਇਹਨਾਂ ਨੂੰ ਪਤਾ ਕਰ ਲਓ, ਐਡਵਰਟਾਈਜ਼ ਵੀ ਕੀਤੀਆਂ ਸੀ ਔਰ ਉਹਨੂੰ ਕੋਸ਼ਿਸ਼ ਕੀਤੀ ਸੀ। ਹੁਣ ਐਸੇ ਤਰੀਕੇ ਨਾਲ ਅਸੀਂ ਦਸੰਬਰ ਦੇ ਵਿੱਚ ਬਾਕੀ ਟੀਚਰਸ ਦਾ ਵੀ ਉਹ ਕਰਕੇ ਗਏ ਸੀ, ਪਰ ਇਹਨਾਂ ਨੇ ਜਿਹੜਾ ਉਹ ਪ੍ਰੋਸੈਸ ਕੰਪਲੀਟ ਕਰਨਾ ਸੀ ਉਹਨਾਂ ਨੇ ਨਹੀਂ ਕੀਤਾ। ਇਹ ਇਹਨਾਂ ਦੇ ਉੱਤੇ ਗੱਲ ਆਉਂਦੀ ਹੈ। ਅਸੀਂ ਆਪਣੇ ਸਮਿਆਂ ਦੇ ਵਿੱਚ ਚੈੱਕ ਕਰ ਲਓ, ਔਰ ਉਹ ਜਦੋਂ ਮੰਗ ਵੀ ਰੱਖਦੇ ਇਹੀ ਰੱਖਦੇ ਵੀ ਦਸੰਬਰ 'ਚ ਸਾਡਾ ਸਾਰਾ ਕੁਝ ਕੰਪਲੀਟ ਹੋ ਗਿਆ ਸੀ, ਸਾਡਾ ਹੁਣ ਤੱਕ ਕਿਉਂ ਨਹੀਂ ਹੋਇਆ? ਕਿਉਂਕਿ ਦਸੰਬਰ 'ਚ ਕੰਪਲੀਟ ਹੋ ਗਿਆ, ਜਨਵਰੀ ਦੇ ਵਿੱਚ ਕੋਡ ਲੱਗ ਗਿਆ, ਉਸ ਕਰਕੇ ਹੈ। ਔਰ ਇਹ ਕਹੀਏ ਵੀ ਅਸੀਂ ਸ਼ੁਰੂ ਹੀ ਉਦੋਂ ਕੀਤਾ ਵੀ ਗਲਤ ਹੈ। ਅਸੀਂ ਪਹਿਲਾਂ ਤੋਂ ਵੀ ਟੀਚਰਸ ਦੀ ਮੈਕਸਿਮਮ ਭਰਤੀ ਕੀਤੀ ਹੈ, ਔਰ ਠੀਕ ਹੈ ਵੀ ਕਿਉਂਕਿ ਟੀਚਿੰਗ ਡਿਪਾਰਟਮੈਂਟ ਦੇ ਵਿੱਚ ਅਵੇਅਰਨੈਸ ਜ਼ਿਆਦਾ ਹੈ, ਔਰ ਉਹ ਧਰਨੇ ਮੁਜ਼ਾਹਰੇ ਕਰਦੇ ਆ ਔਰ ਕਰਨੇ ਵੀ ਚਾਹੀਦੇ ਆ। ਪਰ ਚਾਹੇ ਉਹ ਪਟਿਆਲੇ ਲੱਗੇ ਰਹੇ ਹੋਣ, ਚਾਹੇ ਮਰਿੰਡੇ ਲੱਗੇ ਹੋਣ, ਅਸੀਂ ਉਹਨਾਂ ਨਾਲ ਇਸ ਕਿਸਮ ਦਾ ਵਰਤਾਵ ਨਹੀਂ ਕਦੇ ਕੀਤਾ ਜਿਸ ਕਿਸਮ ਦਾ ਵਰਤਾਵ ਹੁਣ ਹੋ ਰਿਹਾ ਹੈ। ਲਗਾਤਾਰ ਗੱਲ ਕਰੀਏ ਭਰਤੀਆਂ ਦੀ, ਜਿੱਥੇ ਤੱਕ ਗੱਲ ਆਉਂਦੀ ਹੈ, ਸਰਕਾਰੀ ਨੌਕਰੀਆਂ ਜਿੱਥੇ ਤੱਕ ਗੱਲ ਆਉਂਦੀ ਆ, ਅਕਸਰ ਇਹ ਗੱਲ ਕਹੀ ਜਾਂਦੀ ਸੀ ਕਿ ਕਾਂਗਰਸ ਦੇ ਸਮੇਂ ਦੇ ਵਿੱਚ ਉਹਨਾਂ ਲੋਕਾਂ ਨੂੰ ਹੀ ਭਰਤੀਆਂ ਮਿਲੀਆਂ ਜਾਂ ਫਿਰ ਜਿਨ੍ਹਾਂ ਨੇ ਰਿਸ਼ਵਤਾਂ ਦਿੱਤੀਆਂ ਜਾਂ ਫਿਰ ਜਿਨ੍ਹਾਂ ਦੀਆਂ ਰਿਸ਼ਤੇਦਾਰੀਆਂ ਸੀਗੀਆਂ। ਖਾਸ ਕਰਕੇ ਜਦੋਂ ਜੇਕਰ ਗੱਲ ਕੀਤੀ ਜਾਵੇ ਵਿਧਾਨ ਸਭਾ ਦੇ ਵਿੱਚ, ਜਦੋਂ ਆਮ ਆਦਮੀ ਪਾਰਟੀ ਸਰਕਾਰ ਆਈ ਆ, ਵਿਧਾਨ ਸਭਾ ਦੇ ਵਿੱਚ ਵੀ ਕਈ ਲੋਕਾਂ ਦੇ ਨਾਮ ਅਜਿਹੇ ਉਹਨਾਂ ਨੇ ਉਜਾਗਰ ਕੀਤੇ ਸੀ ਜਿਹੜੇ ਕਹੇ ਕਿ ਸਾਰੇ ਜਿਹੜੇ ਮੰਤਰੀ ਨੇ ਉਹਨਾਂ ਦੇ ਰਿਸ਼ਤੇਦਾਰ ਨੇ। ਦੇਖੋ ਮੈਂ ਇੱਕ ਗੱਲ ਦੱਸਣ ਲੱਗਿਆ ਜੀ, ਪਹਿਲੀ ਗੱਲ ਤਾਂ ਜੇ ਕਹਿੰਦੇ ਸੀ ਤਾਂ ਫਿਰ ਇਹਨਾਂ ਨੇ ਉਸ ਬੰਦੇ ਨੂੰ ਜੀ ਟਿਕਟ ਕਿਉਂ ਦਿੱਤੀ? ਰਮਨ ਬਹਿਲ SS ਬੋਰਡ ਦਾ ਚੇਅਰਮੈਨ ਸੀ, ਭਰਤੀਆਂ ਕਰਦਾ ਸੀ ਉਹ ਇਹਨਾਂ ਨੇ ਆਪ ਜੁਆਇਨ ਕਰਾ ਲਿਆ, ਆਪ ਜੁਆਇਨ ਕਰਕੇ ਟਿਕਟ ਦੇਤੀ। ਫਿਰ ਇਹ ਜੇ ਆਪ ਜੁਆਇਨ ਕਰ ਲਈ ਤਾਂ ਦੁੱਧ ਧੋਤਾ ਹੋ ਗਿਆ, ਨਹੀਂ ਉਹ ਫਿਰ ਰਿਸ਼ਵਤ ਲੈਂਦਾ ਸੀ। ਦੇਖੋ ਇਹ ਗੱਲ ਪੁੱਗਣੀ ਨਹੀਂ, ਇਹ ਰਮਨ ਬਹਿਲ ਉਹੀ ਹੈ। ਹੁਣ ਫਿਰ ਇਹਨਾਂ ਨੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦਾ ਚੇਅਰਮੈਨ ਲਾਤਾ। ਭਾਈ ਸਾਹਿਬ ਇਸ ਕਰਕੇ ਦੱਸੋ ਵੀ ਉਹਨੂੰ ਤਾਂ ਰਿਵਾਰਡ ਦੇ ਰਹੇ ਨੇ, ਕਿਉਂਕਿ ਇਹਨਾਂ ਨੂੰ ਰਿਵਾਰਡ ਦੇਣ ਦੀ ਆਦਤ ਹੈ। ਜੇ ਇਹ ਐਲੀਗੇਸ਼ਨ ਲਾਉਂਦੇ ਫਿਰ ਉਹਨੂੰ ਫੜ ਕੇ ਅੰਦਰ ਦੇਣ, ਰਮਨ ਬਹਿਲ ਨੂੰ, ਰਮਨ ਬਹਿਲ ਦੇ ਉੱਤੇ ਪਰਚਾ ਦੇਣ। ਕਿਉਂ ਨਹੀਂ ਦਿੰਦੇ? ਉਹਨੂੰ ਤਾਂ ਇਨਾਮ ਦੇ ਰਹੇ ਨੇ, ਪਰ ਇਹਨਾਂ ਨੂੰ ਇਨਾਮ ਦੇਣ ਦੀ ਆਦਤ ਹੈ। ਜੇ ਮਿਸਟਰ ਪੰਨੂ ਨੇ ਉਹਦੀ ਮੂਸੇਵਾਲੇ ਦੀ ਲੀਕ ਕੀਤੀ ਸੀ ਨਾ ਆਪਣੀ ਸਿਕਿਉਰਿਟੀ, ਵਿਵਾਦਤ ਸਿੰਗਰ ਕਹਿ ਕੇ ਪੋਸਟਾਂ ਪਾਈਆਂ ਸੀ, ਉਹਨੂੰ ਇਹਨਾਂ ਨੇ ਮੁੜ ਕੇ ਆਪਣਾ ਤੁਹਾਡੇ ਡਾਇਰੈਕਟਰ ਪਬਲਿਕ ਰਿਲੇਸ਼ਨ ਲਾ ਲਿਆ। ਇਸ ਕਰਕੇ ਰਿਵਾਰਡ ਦਿੰਦੇ ਆ। ਕਿੱਥੇ ਤੱਕ ਕਹਿੰਦੇ ਸੀ ਅਸੀਂ ਉਹਦੀ ਇਨਕੁਆਇਰੀ ਕਰਾਂਗੇ, ਇਨਕੁਆਇਰੀ ਕਰਨ ਦੀ ਥਾਂ ਤੇ ਉਹਨਾਂ ਨੇ ਰਿਵਾਰਡ ਦਿੱਤਾ। ਇਸ ਕਰਕੇ ਇਹ ਜਿਹੜੀ ਗੱਲ ਹੈ, ਜੇ ਇਹ ਕਹਿੰਦੇ ਨੇ ਤਾਂ ਫਿਰ ਉਹਨੂੰ ਰਮਨ ਬਹਿਲ ਨੂੰ ਫੜ ਲੈਣ, ਕਿਉਂਕਿ ਜਿੰਨੀਆਂ ਥੱਲੀਆਂ ਭਰਤੀਆਂ ਸੀ ਉਹ ਸਾਰੀਆਂ ਰਮਨ ਬਹਿਲ ਕੋਲ ਸੀਗੀਆਂ। ਉਹ SS ਬੋਰਡ ਦਾ ਚੇਅਰਮੈਨ ਸੀਗਾ, ਔਰ ਉਹ ਅਖੀਰਲੇ ਦਿਨ ਹੀ ਰਿਜ਼ਾਈਨ ਕਰਕੇ ਗਿਆ। ਕੋਡ ਆਫ ਕੰਡਕਟ ਤੋਂ ਲੱਗਣ ਤੋਂ 5-7 ਦਿਨ ਪਹਿਲੇ ਹੀ ਰਿਜ਼ਾਈਨ ਕਰਕੇ ਗਿਆ ਹੈਗਾ, ਔਰ ਰਿਜ਼ਾਈਨ ਕਰਨ ਤੋਂ ਪਹਿਲੇ ਟਿਕਟ ਦੇਤੀ ਸੀ ਇਹਨਾਂ ਨੇ। ਇਸ ਕਰਕੇ ਬਈ ਫੜ ਲੈਣ, ਅਸੀਂ ਕਦੋਂ ਰੋਕਦੇ ਹਾਂ? ਅਸੀਂ ਰੋਕਿਆ?
ਪਰ ਇਹਦੇ ਵਿੱਚ ਹੁਣ ਜੇ ਗੱਲ ਕੀਤੀ ਜੇ ਅਜੋਕੇ ਸਮੇਂ ਦੀ ਮੈਂ ਗੱਲ ਕਰਾਂ, ਤੁਸੀਂ ਸਿੱਧੂ ਮੂਸੇਵਾਲੇ ਦੇ ਕਤਲ ਦਾ ਵੀ ਜ਼ਿਕਰ ਕੀਤਾ ਹੈ, ਲਾਅ ਐਂਡ ਆਰਡਰ ਫਿਰ ਕਿੱਦਾਂ ਦੇਖਦੇ ਹੋ, ਖਾਸ ਕਰਕੇ ਅੱਜ ਤਾਂ ਜਿਹੜਾ ਨੌਜਵਾਨ ਹੈ ਜੋ ਕਿ ਉਮੀਦ 'ਚ ਬੈਠਾ ਕਿਤੇ ਨਾ ਕਿਤੇ, ਕਿਉਂਕਿ ਲੰਬੇ ਸਮੇਂ ਤੋਂ ਬਹੁਤ ਸਾਰੇ ਕੱਚੇ ਮੁਲਾਜ਼ਮ ਅਜਿਹੇ ਨੇ ਜੋ ਅੱਜ ਵੀ ਉਮੀਦ 'ਚ ਬੈਠੇ ਨੇ ਕਿ ਸ਼ਾਇਦ ਸਰਕਾਰੀ ਨੌਕਰੀ ਉਹਨਾਂ ਦੀ ਪੱਕੀ ਹੋ ਜਾਏਗੀ, ਫਿਰ ਭਾਵੇਂ ਉਹ ਨਰਸਿੰਗ ਦਾ ਸਟਾਫ ਹੋਵੇ, ਭਾਵੇਂ PTI ਟੀਚਰਸ ਹੋਣ, ਭਾਵੇਂ ਫਿਰ ਉਹ ਪੰਜਾਬ ਰੋਡਵੇਜ਼ ਦੇ ਜਿਹੜੇ ਨੁਮਾਇੰਦੇ ਨੇ ਉਹ ਹੋਣ, ਲਗਾਤਾਰ ਧਰਨੇ ਤੇ ਧਰਨੇ ਲੱਗੀ ਜਾ ਰਹੇ ਨੇ। ਹਾਲਾਂਕਿ ਸਰਕਾਰ ਦਾ ਕਹਿਣਾ ਸੀਗਾ ਕਿ ਜਦੋਂ ਸਾਡੀ ਸਰਕਾਰ ਆਊਗੀ ਕੋਈ ਟੈਂਕੀਆਂ ਤੇ ਨਹੀਂ ਚੜੂਗਾ, ਕੋਈ ਧਰਨੇ ਨਹੀਂ ਲੱਗਣਗੇ, ਕੋਈ ਡਾਂਗਾ ਨਹੀਂ ਵਰਾਈਆਂ ਜਾਣਗੀਆਂ। ਇਹੀ ਤਾਂ ਅਸੀਂ ਗੱਲ ਕਹਿ ਰਹੇ ਹਾਂ ਵੀ ਭਾਈ ਤੁਸੀਂ ਉਦੋਂ ਕਾਹਨੂੰ ਝੂਠ ਬੋਲੇ। ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਇਹਨਾਂ ਦੇ ਬੇਸ ਹੀ ਇਹਨਾਂ ਨੇ ਝੂਠ ਬਣਾਇਆ। ਝੂਠ ਨਾ ਬੋਲੋ, ਅਸੀਂ ਜਿੰਨਾ ਕਰ ਸਕਦੇ ਸੀ ਕੀਤਾ। ਅਸੀਂ ਇਹ ਤਾਂ ਨਹੀਂ ਕਿਹਾ ਵੀ ਝੂਠ ਬੋਲ ਕੇ ਕੀਤਾ ਵੀ ਸਾਰੇ ਕਰ ਗਏ, ਅਸੀਂ ਵੀ ਨਹੀਂ ਮੰਨਦੇ ਵੀ ਸਾਰੇ ਨਹੀਂ ਹੋਏ ਸਾਥੋਂ। ਤੁਸੀਂ ਮੈਨੂੰ ਪਹਿਲਾਂ ਸਵਾਲ ਕੀਤਾ ਸੀ ਨਹੀਂ ਕਿ ਹੋਇਆ ਸਾਥੋਂ ਪੂਰਾ। ਤੁਹਾਡੀ ਸਰਕਾਰ ਦੇ ਵਿੱਚ ਤੁਸੀਂ ਸਭ ਤੋਂ ਵੱਡਾ ਜ਼ਿੰਮੇਦਾਰ ਕਿਹਨੂੰ ਮੰਨਦੇ ਹੋ ਜਿਹਨੇ ਨਹੀਂ? ਜ਼ਿੰਮੇਵਾਰੀ ਦੇਖੋ, ਜ਼ਿੰਮੇਵਾਰੀ ਕਲੈਕਟਿਵ ਹੁੰਦੀ ਹੈ, ਜ਼ਿੰਮੇਵਾਰੀ ਦਾ ਕੋਈ ਉਹ ਨਹੀਂ ਹੁੰਦਾ। ਹਾਂ, ਇੱਕ ਗੱਲ ਦੀ ਜ਼ਿੰਮੇਵਾਰੀ ਜ਼ਰੂਰ ਹੈ ਵੀ ਜਿਹੜਾ ਕੋਵਿਡ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੂੰ ਜੋ ਮੁੱਖ ਮੰਤਰੀ ਹੁੰਦੇ ਹੋਏ ਪੋਲੀਟੀਕਲ ਸੁਪਰਵਿਜ਼ਨ ਕਰਨੀ ਚਾਹੀਦੀ ਸੀ ਉਹ ਨਹੀਂ ਕੀਤੀ। ਇਸ ਗੱਲ ਦੇ ਵਿੱਚ ਮੈਨੂੰ ਕਹਿਣ 'ਚ ਕੋਈ ਝਿਜਕ ਨਹੀਂ। ਉਹਨਾਂ ਨੇ ਉਹ ਪੋਲੀਟੀਕਲ ਸੁਪਰਵਿਜ਼ਨ ਨਹੀਂ ਕੀਤੀ। ਮੈਂ ਕੋਈ ਹੋਰ ਕਿਸਮ ਦਾ ਇਲਜ਼ਾਮ ਨਹੀਂ ਉਹਨਾਂ ਤੇ ਲਾਉਂਦਾ। ਉਹਨਾਂ ਨੇ ਸਾਰੀ ਗੱਲ ਬਿਊਰੋਕ੍ਰੇਸੀ ਨੂੰ ਭਾਰੂ ਕਰਤਾ, ਬਿਊਰੋਕ੍ਰੇਸੀ ਛੱਡਤੀ, ਬਿਊਰੋਕ੍ਰੇਸੀ ਨੇ ਆਪਣੀ ਮਨਮਰਜ਼ੀ ਕੀਤੀ। ਜੇ ਕਿਸੇ ਦਾ ਕੰਮ ਵੀ ਕੀਤਾ, ਜੇ ਕਰ ਵੀ ਦਿੱਤਾ ਤਾਂ ਮੀਂਗਣਾ ਘੋਲ ਕੇ ਕਰਤਾ ਤਾਂ ਉਹਦਾ ਵੀ ਕੋਈ ਸਵਾਦ ਨਹੀਂ ਆਉਂਦਾ। ਦੇਖੋ ਸਾਫ਼ ਗੱਲ ਕਹਿਣਾ ਮੈਂ ਤਾਂ ਵੀ ਜੇ ਤੁਸੀਂ ਕਹਿੰਦੇ ਨਾ ਬੱਕਰੀ ਨੇ ਦੁੱਧ ਦਿੱਤਾ ਤਾਂ ਦਿੱਤਾ ਹੀ ਮੰਗਣਾ ਘੋਲ ਕੇ, ਉਹਦਾ ਵੀ ਕੋਈ ਫਾਇਦਾ ਨਹੀਂ ਹੁੰਦਾ। ਅਫਸਰ ਤੁਹਾਨੂੰ ਪਤਾ ਹੀ ਹੈ ਅਫਸਰਸ਼ਾਹੀ ਦਾ ਜਿਹੜਾ ਰਵੱਈਆ ਹੁੰਦਾ ਉਹ। ਪਰ ਹੁਣ ਵੀ ਸਾਨੂੰ ਅਫਸੋਸ ਆ ਅਫਸਰਸ਼ਾਹੀ ਉਦੋਂ ਜ਼ਿਆਦਾ ਭਾਰੀ ਹੈ। ਹੁਣ ਤੁਸੀਂ ਇੱਕ ਗੱਲ ਦੇਖੋ, ਤੁਸੀਂ ਜਿਹੜੇ ਲਾਅ ਐਂਡ ਆਰਡਰ ਦੀ ਗੱਲ ਕਰਦੇ ਹੋ, ਇੱਕ ਹਰਿਆਣਾ ਪੁਲਿਸ ਦਾ ਫੜਿਆ ਹੋਇਆ ਬੰਦਾ ਤਿਹਾੜ ਜੇਲ੍ਹ 'ਚੋਂ ਅਸੀਂ ਪ੍ਰੋਡਕਸ਼ਨ ਫਰੰਟ 'ਤੇ ਲਿਆਉਂਦੇ ਹਾਂ, ਇੱਕ ਇੰਸਪੈਕਟਰ ਨੇ ਭਜਾਤਾ, ਔਰ ਇੱਕ ਉਹ ਇੰਸਪੈਕਟਰ ਬਲੂ ਆਈਡ ਬॉयਡ ਉੱਥੋਂ ਦੇ SSP ਦਾ, SSP ਨੂੰ ਫਿਰ ਤੁਸੀਂ ਉਹ SIT 'ਚ ਪਾਤਾ ਉਹਦੀ ਇਨਕੁਆਇਰੀ 'ਤੇ। ਕਿੱਥੋਂ ਇਨਸਾਫ ਮਿਲ ਜੂਗਾ? ਕਿੱਥੋਂ ਆਸ ਰੱਖਦੇ ਅਸੀਂ ਇਨਸਾਫ ਦੀ? ਉਹ ਉਹੀ SSP ਜਿਹਦੇ 100 ਗਜ ਦੀ ਉੱਥੇ ਕੋਠੀ ਹੈ, ਜਿਹਦੇ 100 ਗਜ ਦੀ ਕੋਠੀ ਕੋਲੇ ਆ ਕੇ ਕਾਰਾਂ ਖੜੀਆਂ ਸੀ DC ਦੀ ਕਾਰ ਮੂਹਰੇ ਤੱਕ। ਜੋ ਤੁਸੀਂ ਕਹਿੰਦੇ ਹੋ ਨਿਊਜ਼, ਮੈਂ ਤਾਂ ਤੁਹਾਡੀਆਂ ਖਬਰਾਂ ਦੀ ਗੱਲ ਕਰ ਰਿਹਾ ਵੀ SSP ਦੀ ਕੋਠੀ ਮੂਹਰੇ ਤੱਕ 2 ਕਾਰਾਂ ਖੜੀਆਂ ਜਿਹੜੀਆਂ ਉਹ ਲੈਣ ਆਈਆਂ ਵੀਆਂ ਸੀਗੀਆਂ। ਉਹ ਜਿਹੜਾ ਟੀਨੂ ਸੀ ਕਿ ਦੀਪਕ ਟੀਨੂ ਸੀ, ਜੋ ਵੀ ਸੀਗਾ ਉਹ। ਤੇ ਹਾਲਾਤ ਕਿੱਧਰ ਨੂੰ ਜਾ ਰਹੇ ਆ? ਉਹੀ SSP ਫਿਰ ਉਸ SIT ਦਾ ਮੈਂਬਰ ਹੈ। ਅਸੀਂ ਇਨਸਾਫ ਦੀ ਕਿੱਥੋਂ ਆਸ ਰੱਖਦੇ ਹਾਂ? ਤੇ ਜਿਹੜੇ ਹੁਣ ਇਸ ਵੇਲੇ ਜਿਹੜੇ ਮੁਲਾਜ਼ਮ ਉਡੀਕ ਕਰ ਰਹੇ ਨੇ, ਖਾਸ ਕਰਕੇ ਨਰਸਿੰਗ ਦੇ ਹੋਣ ਜਾਂ ਫਿਰ ਆਪਣੇ ਪੰਜਾਬ ਰੋਡਵੇਜ਼ ਦੇ ਹੋਣ, ਵਿਚਾਰੇ ਅੱਜ ਵੀ ਕਿਤੇ ਨਾ ਕਿਤੇ ਧਰਨੇ ਲਾਉਣ ਨੂੰ ਮਜਬੂਰ ਨੇ। ਦੇਖੋ ਕਰੋਨਾ ਵਾਰੀਅਰਸ ਨੂੰ ਤਾਂ ਇਹਨਾਂ ਨੇ ਜਵਾਬ ਹੀ ਦੇਤਾ। ਦੇਖੋ ਉਹਨਾਂ ਨੂੰ ਤਾਂ ਇਹਨਾਂ ਨੇ ਜਵਾਬ ਹੀ ਦਿੱਤਾ ਵੀ ਅਸੀਂ ਤੁਹਾਨੂੰ ਤਾਂ ਉਹ ਕਰ ਨਹੀਂ ਰਹੇ। ਇਹ ਤਾਂ ਸਿਰਫ ਨਾ ਆਪਣੇ ਇੱਕ ਮਾਡਲ ਬਣਾ ਕੇ ਦੇਸ਼ ਦੇ ਵਿੱਚ ਕੇਜਰੀਵਾਲ ਨੂੰ, ਇਹਦਾ ਪੰਜਾਬ ਨੂੰ ਲਾਂਚਿੰਗ ਪੈਡ ਬਣਾ ਰੱਖਿਆ ਇਹਨਾਂ ਨੇ ਵੀ ਕੇਜਰੀਵਾਲ ਨੂੰ ਕਿਵੇਂ ਉਹ ਕਰਨਾ। ਪਹਿਲਾਂ ਇੱਥੇ ਝੂਠ ਬੋਲਦੇ ਹੁੰਦੇ ਸੀ ਵੀ ਸਾਰੇ ਜੀ ਠੇਕੇ ਦੇ ਮੁਲਾਜ਼ਮ ਦਿੱਲੀ 'ਚ ਤਾਂ ਪੱਕੇ ਕਰਤੇ। ਉਹ ਹੁਣ ਪਤਾ ਲੱਗਿਆ ਉੱਥੇ ਤਾਂ 18,000 ਬੰਦਾ ਹਜੇ ਵੀ ਪਿਛਲੇ 12-10 ਸਾਲ ਤੋਂ ਕੱਚਾ ਐਜੂਕੇਸ਼ਨ ਡਿਪਾਰਟਮੈਂਟ, ਜਿਹਨੂੰ ਇਹ ਆਪਦਾ ਬੈਸਟ ਐਜੂਕੇਸ਼ਨ ਮਾਡਲ ਸਮਝਦੇ ਆ। ਔਰ ਜੇ ਐਜੂਕੇਸ਼ਨ ਮਾਡਲ ਦੀ ਚਾਹੇ ਟੈਸਟ ਲੈ ਕੇ ਬੱਚਿਆਂ ਦਾ ਹੋਇਆ ਹੋਵੇ, ਚਾਹੇ ਕੋਈ ਨੀਤੀ ਯੁੱਗ ਦਾ ਸਰਵੇ ਹੋਏ, ਜੇ ਪੰਜਾਬ ਨੂੰ 1 ਨੰਬਰ ਮੰਨਦੇ ਆ, ਇਹ ਜਾ ਕੇ ਪੈਸੇ ਦੇ ਕੇ ਮੀਡੀਆ ਨੂੰ ਪ੍ਰਚਾਰ ਦਿੱਲੀ ਦੇ 1 ਨੰਬਰ ਦੇ ਮਾਡਲ ਦਾ ਕਰਦੇ ਆ। ਔਰ ਇਦੋਂ ਇਹ ਪੰਜਾਬ ਨਾਲ ਵੱਧ ਧਰੋ ਕੇ ਕਮਾਉਣਗੇ। ਦੂਜੀ ਗੱਲ, ਇਹ ਤਾਂ ਪੰਜਾਬ ਨੂੰ ਬਦਨਾਮ ਕਰਨ ਲੱਗੇ ਹੋਏ ਨੇ ਵੀ ਇਹ ਕਹਿੰਦੇ ਵੀ ਪੰਜਾਬ ਦੇ ਮੁੱਖ ਮੰਤਰੀ ਦੇ ਤੱਕ ਫੋਨ ਦੇ ਵਿੱਚ ਉਹੀ ਨਹੀਂ ਹੁੰਦਾ, ਬੈਲੈਂਸ ਹੀ ਨਹੀਂ ਹੁੰਦਾ। ਇਹ ਤਾਂ ਪੰਜਾਬ ਨੂੰ ਚੜ੍ਹਨਾ ਲੈਂਡ ਕਰੂਜ਼ਰ 'ਤੇ 3 ਲੈਂਡ ਕਰੂਜ਼ਰਾਂ ਰੱਖੀਆਂ। ਪਿਛਲੇ CM 33 ਗੱਡੀਆਂ ਰੱਖਦੇ ਸੀ, ਇਹ 42 ਰੱਖਦੇ ਆ। ਉਦੋਂ ਬਾਅਦ ਕਹਿੰਦੇ ਅਸੀਂ ਹਜੇ ਸਾਡੇ ਦਾ ਫੋਨ 'ਚ ਹੀ ਬੈਲੈਂਸ ਨਹੀਂ। ਕਿਉਂ ਪੰਜਾਬ ਨੂੰ ਬਦਨਾਮ ਕਰ ਰਹੇ ਹੋ ਯਾਰ? ਪੰਜਾਬ ਨੇ ਤੁਹਾਨੂੰ ਲੈਂਡ ਕਰੂਜ਼ਰਾਂ ਦਿੱਤੀਆਂ, 42 ਗੱਡੀਆਂ ਦਿੱਤੀਆਂ ਚੜ੍ਹਨ ਨੂੰ। ਸਿਕਿਉਰਿਟੀ ਵਾਲੀਆਂ ਵੱਖਰੀਆਂ ਨੇ 50-60। ਮੈਂ ਤਾਂ ਜਿਹੜੀਆਂ ਤੁਹਾਨੂੰ ਉਹ ਹੈ 5 ਕੋਠੀਆਂ ਤੁਸੀਂ ਰੱਖ ਲਈਆਂ ਇੱਥੇ। ਹਰ ਇੱਕ ਕਿਸੇ ਵੀ CM ਨੇ 1 ਤੋਂ ਵੱਧ ਨਹੀਂ ਰੱਖੀ ਹੋਊਗੀ, 2 ਰੱਖ ਲਈਆਂ ਹੋਣਗੀਆਂ ਕਿਸੇ ਨੇ। ਇਹਨਾਂ ਨੇ 5 ਰੱਖੀਆਂ ਵੀ ਹੈ। ਫਿਰ ਇਹ ਪੰਜਾਬ ਨੂੰ ਬਦਨਾਮ ਕਰ ਰਹੇ ਆ। ਜੇ ਇਹ ਪੁਰਾਣੀ ਵੀ ਗੱਲ ਕਹਿਣ ਨਾ, ਇਹ ਜਦੋਂ ਕੇਜਰੀਵਾਲ ਸਾਹਿਬ CM ਬਣਿਆ ਉਦੋਂ ਭਗਵੰਤ ਮਾਨ ਸਾਹਿਬ MP ਬਣ ਗਏ ਸੀ। MP ਨੂੰ ਵੀ 15,000 ਤੋਂ ਵੱਧ ਮੋਬਾਈਲ ਪੱਤਾ ਮਿਲਦਾ। ਜਾਂ ਤਾਂ ਮੋਬਾਈਲ ਪੱਤਾ ਖਾ ਜਾਂਦੇ ਆ, ਜਾਂ ਤਾਂ ਮੋਬਾਈਲ ਪੱਤਾ ਖਾ ਜਾਂਦੇ, ਮੋਬਾਈਲ 'ਚ ਪੈਸੇ ਨਹੀਂ ਪਾਉਂਦੇ, ਤੇ ਜਾਂ ਫਿਰ ਇਹ ਡਰਾਮੇ ਕਰ ਰਹੇ ਨੇ, ਝੂਠ। ਇਹਦੇ ਵਿੱਚ ਇਹ ਵੀ ਗੱਲ ਹੁਣ ਸਾਹਮਣੇ ਆਉਂਦੀ, ਤੁਸੀਂ ਕੈਪਟਨ ਅਮਰਿੰਦਰ ਸਿੰਘ ਦਾ ਜ਼ਿਕਰ ਕੀਤਾ, ਤੁਸੀਂ ਕਿਹਾ ਉਹਨਾਂ ਦੀ ਪੋਲੀਟੀਕਲ ਉਹਨਾਂ ਦੀ ਨਹੀਂ ਸੀਗੀ, ਪਰ ਇੱਕ ਗੱਲ ਇੱਕ ਸਾਹਮਣੇ ਜ਼ਰੂਰ ਆਉਂਦੀ। ਹੁਣ ਅੱਜ ਕੱਲ੍ਹ ਕੈਪਟਨ ਸਾਹਿਬ BJP ਚਲੇ ਗਏ ਹੋਏ ਨੇ। ਜਿੱਥੋਂ ਗੱਲ ਕਰੀਏ, ਲਗਾਤਾਰ ਆਮ ਆਦਮੀ ਪਾਰਟੀ ਇਹੀ ਕਹਿੰਦੀ ਨਜ਼ਰ ਆ ਰਹੀ ਹੈ ਕਿ ਕਾਂਗਰਸ ਜਿਹੜੀ ਹੈ ਉਹ ਭਾਜਪਾ ਦੀ B ਟੀਮ ਹੈ, ਕਿਉਂਕਿ ਇਕੱਲੇ ਕੈਪਟਨ ਅਮਰਿੰਦਰ ਸਿੰਘ ਨਹੀਂ, ਬਹੁਤ ਸਾਰੇ ਅਜਿਹੇ ਮੈਂਬਰ ਨੇ ਤੁਹਾਡੇ ਕਾਂਗਰਸ ਜਿਹੜੇ ਭਾਜਪਾ ਦੇ ਵਿੱਚ ਜਾ ਚੁੱਕੇ ਹੋਏ ਨੇ। ਉਹਨਾਂ ਦੇ ਉੱਤੇ ਸਵਾਲ ਕਰਦੇ ਨਜ਼ਰ ਆ ਰਹੇ ਹੋ। ਕਹਿੰਦੇ ਕਿ ਉਦੋਂ ਵੀ ਭਾਜਪਾ ਦੇ ਇਸ਼ਾਰੇ ਤੇ ਨੱਚਦੀ ਸੀ ਕਾਂਗਰਸ, ਅੱਜ ਵੀ। ਤੁਹਾਡਾ ਜਿਹੜਾ ਸਵਾਲ ਹੈ ਬਹੁਤ ਵਧੀਆ। ਮੈਂ ਤੁਹਾਨੂੰ 2-3 ਗੱਲਾਂ ਦੱਸ ਦੂੰਗਾ, ਤੁਸੀਂ ਫੈਸਲਾ ਕਰ ਲਿਓ ਵੀ B ਟੀਮ ਕੌਣ ਹੈ। ਦੇਖੋ ਕੇਜਰੀਵਾਲ ਸਾਹਿਬ ਨੇ ਐਜੀਟੇਸ਼ਨ ਕੀਤੀ ਇੰਡੀਆ ਅਗੇਂਸਟ ਕਰਪਸ਼ਨ ਦੇ ਉੱਤੇ, ਠੀਕ ਹੈ। ਉੱਥੇ ਲੰਗਰ ਕੌਣ ਭੁਗਤਾਉਂਦਾ ਸੀ? ਸੇਵਾ ਭਾਰਤੀ। ਉੱਥੇ ਬੰਦੇ ਕੌਣ ਲੈ ਜਾਂਦੀ ਸੀ? ਸੇਵਾ ਭਾਰਤੀ। ਉੱਥੇ ਐਂਬੂਲੈਂਸਾਂ ਕਿਹਦੀਆਂ ਖੜੀਆਂ ਹੁੰਦੀਆਂ? ਸਾਫ ਦਿਖਦੀਆਂ ਸੀ, ਸੇਵਾ ਭਾਰਤੀ। ਸੇਵਾ ਭਾਰਤੀ ਕਿਹਦੀ ਆਰਗੇਨਾਈਜੇਸ਼ਨ ਹੈ ਜੀ? RSS ਦੀ, ਠੀਕ ਹੈ। RSS ਦੀ
ਫਰੰਟਲ ਆਰਗੇਨਾਈਜੇਸ਼ਨ ਹੈ ਸੇਵਾ ਭਾਰਤੀ, ਉਹਨੇ ਸਾਰਾ ਕੁਝ ਦਿੱਤਾ ਉੱਥੇ, ਚਾਹੇ ਉਹ ਬੰਦੇ ਚਾਹੇ ਉਹ ਸਾਰਾ ਕੁਝ ਉਹਨਾਂ ਦਾ ਸੀ। ਠੀਕ ਹੈ, ਉਸ ਤੋਂ ਬਾਅਦ ਤੁਸੀਂ ਦਿੱਲੀ ਚਲੇ ਜਾਓ, ਦਿੱਲੀ ਦੇ ਵਿੱਚ ਕੀ ਕਰਦੇ ਨੇ ਉਹ ਅਸੈਂਬਲੀ ਇਹ ਜਿੱਤ ਲੈਂਦੇ ਨੇ, ਕਹਿੰਦੇ ਜੀ 60 ਚੋਂ ਅਸੀਂ 57 ਜਿੱਤ ਗਏ, ਪਾਰਲੀਮੈਂਟ 6 ਦੀਆਂ 6 ਉਹ ਜਿੱਤ ਗਏ। ਇਹ ਕਿੱਥੇ ਹੋਇਆ ਬਈ? ਠੀਕ ਹੈ, ਇਹ ਜਿਹੜੀ ਹੈ ਨਾਗਪੁਰ ਦੀ ਬੀ ਟੀਮ ਹੈ। ਤੀਜੀ ਗੱਲ, ਇਹ ਵੋਟ ਕਟੂਏ ਬਣ ਕੇ ਜਾਂਦੇ ਨੇ। ਹੁਣ ਵੀ ਇਹ ਵੋਟ ਜਿਹੜਾ ਜ਼ੋਰ ਲੱਗਿਆ ਪਿਆ ਨਾ, ਨੈਰੇਟਿਵ ਬਣਾ ਰਿਹਾ ਇਹ ਗੁਜਰਾਤ ਤੇ ਉਹਦੇ ਵਾਸਤੇ ਬਣਾ ਰਹੇ ਨੇ, ਆਪਣੇ ਹਿਮਾਚਲ ਵਾਸਤੇ। ਦੇਖੋ ਇਹ ਵੋਟ ਕਟੂਏ ਨੇ, ਇਹ ਉੱਤਰਾਖੰਡ 'ਚ ਗਏ, ਇਹ ਕਿੰਨੀਆਂ ਸੀਟਾਂ ਜਿੱਤ ਕੇ ਆਏ ਜੀ, ਕਿੰਨਿਆਂ ਦੀ ਜ਼ਮਾਨਤ ਜ਼ਬਤ ਹੋ ਗਈ? ਸਾਰਿਆਂ ਦੀ। ਪਰ ਜਿਹੜੀ ਉਹ 3-4% ਵੋਟ ਤੇ ਅਸੀਂ ਜਿੱਤਣਾ ਸੀ, ਉਹ ਇਹਨਾਂ ਨੇ ਕੱਟਤੀ। ਉਹੀ ਕੁਝ ਗੋਆ 'ਚ ਕੀਤਾ। ਠੀਕ ਹੈ, ਫਾਇਦਾ ਕਿਹਦਾ ਕੀਤਾ ਜੀ? ਬੀਜੇਪੀ ਦਾ। ਉਹੀ ਕੁਝ ਉਹਨਾਂ ਨੇ ਉੱਥੇ ਕਰਨ ਦੀ ਕੋਸ਼ਿਸ਼ ਕਰ। ਪਰ ਮੈਂ ਤੁਹਾਨੂੰ ਇੱਕ ਅੱਜ ਗੱਲ ਦੱਸ ਰਿਹਾ, ਲੋਕ ਸਮਝਦਾਰ ਹੈ। ਗੁਜਰਾਤ ਤੇ ਹਿਮਾਚਲ ਅਸੀਂ ਜਿੱਤਾਂਗੇ, ਜਿੰਨੀ ਮਰਜ਼ੀ ਵੋਟ ਕਟੂਏ ਦੀ ਇਹ ਪੋਲਿਟਿਕਸ ਕਰ ਲੈਣ। ਇਹ ਸਿਰਫ ਵੋਟ ਕਟੂਆ ਪਾਰਟੀ ਹੈ, ਇਹ ਬੀਜੇਪੀ ਨੂੰ ਫਾਇਦਾ ਕਰਨ ਵਾਸਤੇ ਹੈ। ਇਸ ਕਰਕੇ ਇਹ ਜੱਜ ਹੁਣ ਤੁਸੀਂ ਕਰਨਾ। ਮੈਂ ਤੁਹਾਨੂੰ 4 ਉਦਾਹਰਨਾਂ ਦੇਤੀਆਂ ਵੀ ਇਹ ਬੀ ਟੀਮ ਹੈ। ਸਿਰਫ ਸਾਨੂੰ ਤਾਂ ਇਹ ਬੀ ਟੀਮ ਇਸ ਕਰਕੇ ਕਹਿੰਦੇ ਆ ਨਾ ਵੀ ਅਸੀਂ ਇਹਨਾਂ ਦੇ ਗਲਤ ਨੈਰੇਟਿਵ ਦੀ ਸਪੋਰਟ ਨਹੀਂ ਕੀਤੀ, ਵੀ ਇਹ ਗੱਲਾਂ ਕਰਦੇ ਆ ਵੀ ਜੀ ਸਾਨੂੰ 25 ਕਰੋੜ ਤੋਂ 100 ਤੇ ਵੀ ਆ ਗਿਆ ਕਿ ਤਾਂ ਪਠਾਨ ਮਾਜਰਾ ਸਾਹਿਬ ਕਹਿੰਦੇ ਮੈਨੂੰ 100 ਕਰੋੜ ਮਿਲਣਾ। ਇਹ ਫਿਰ ਭਗਵੰਤ ਮਾਨ ਸਾਹਿਬ ਦਾ ਤੁਸੀਂ ਭਾਸ਼ਣ ਸੁਣ ਲਓ, ਗੁਜਰਾਤ 'ਚ ਇੱਥੇ ਵੀ ਦਿੰਦੇ ਹੁੰਦੇ ਸੀ ਵੀ ਭਾਈ ਵੀ ਸਾਨੂੰ ਤੁਸੀਂ ਜਿਹੜੀਆਂ ਪਾਰਟੀਆਂ ਨੇ ਇਹ ਬਹੁਤ ਅਮੀਰ ਨੇ, ਇਹਨਾਂ ਤੋਂ ਪੈਸੇ ਲੈ ਲਓ ਪਰ ਵੋਟ ਸਾਨੂੰ ਪਾ ਦਿਓ। ਫਿਰ ਹੁਣ ਇਹ ਬੀਜੇਪੀ ਵਾਲੇ ਤੋਂ ਲੈ ਲੈਣ, ਖਜ਼ਾਨੇ 'ਚ ਪੈਸਾ ਆ ਜਾਊਗਾ 2000 ਕਰੋੜ ਰੁਪਈਆ। ਮਾੜਾ ਲੱਗਦਾ ਖਜ਼ਾਨੇ 'ਚ ਜਮ੍ਹਾਂ ਕਰਾਉਣ, ਲੈਣ ਉਹਨਾਂ ਤੋਂ, ਲੈ ਕੇ ਜਮ੍ਹਾਂ ਕਰਾ ਦੇਣ ਖਜ਼ਾਨੇ 'ਚ। ਠੀਕ ਹੈ, ਮੁਲਾਜ਼ਮਾਂ ਦਾ ਡੀਏ ਮਿਲ ਜੂ, ਮੁਲਾਜ਼ਮਾਂ ਨੂੰ ਪੱਕੇ ਵਾਲਿਆਂ ਨੂੰ ਪੂਰੀਆਂ ਸਹੂਲਤਾਂ ਮਿਲ ਜਾਣਗੀਆਂ, ਹੋਰ ਕਿਸਾਨਾਂ ਨੂੰ ਮਿਲ ਜੂਗਾ, ਹੋਰ ਜਿਹੜੇ ਸਾਡੇ ਵਪਾਰੀਆਂ ਨੂੰ ਮਿਲ ਜੂਗਾ, ਕੁਝ ਨਾ ਕੁਝ ਹਿੱਸਾ ਸਭ ਨੂੰ ਆਊਗਾ। ਉਹਨਾਂ ਤੋਂ ਲੈ ਕੇ ਖਜ਼ਾਨੇ 'ਚ ਜਮ੍ਹਾਂ ਕਰਾ ਲੈਂਦੇ। ਲੋਕਾਂ ਨੂੰ ਮੱਤਾਂ ਦੇਣੀਆਂ ਸੌਖੀਆਂ, ਆਪ ਇੰਪਲੀਮੈਂਟ ਕਰ ਲਓ। ਤੁਸੀਂ ਕਹਿੰਦੇ ਨਾ ਚੋਰ ਤੋਂ ਤੁਸੀਂ ਪੈਸੇ ਲੈ ਕੇ ਗਾਹਾਂ ਹੜੱਪ ਜਾਓ, ਤੁਸੀਂ ਚੋਰ ਤੋਂ ਲੈ ਕੇ ਹੜੱਪ ਜਾਓ, ਤੁਹਾਨੂੰ ਕੌਣ ਰੋਕਦਾ? ਸਰਕਾਰ ਹੈ ਤੁਹਾਡੀ, ਤੁਹਾਨੂੰ ਕਿਹੜਾ ਫੜਨਾ ਜਾਣਗੇ? ਲੈ ਲੈਂਦੇ ਪੈਸੇ, ਲੈ ਕੇ ਜਮ੍ਹਾਂ ਕਰਾਉਂਦੇ ਖਜ਼ਾਨੇ 'ਚ। ਇਸ ਕਰਕੇ ਇੱਥੇ ਬੈਠ ਕੇ ਵਿਧਾਨ ਸਭਾ 'ਚ ਨੈਰੇਟਿਵ ਬਣਾਉਣ ਦਾ ਸਿਰਫ ਵੋਟ ਕੱਟਣ ਵਾਸਤੇ ਹਿਮਾਚਲ ਤੇ ਗੁਜਰਾਤ ਦੀ, ਇਹਦੇ ਉੱਤੇ ਕੁਛ ਨਹੀਂ ਸਰ। ਇਹ ਇਹਨਾਂ ਦੀ ਸੋਚ ਹੈ। ਹੁਣ ਤੁਸੀਂ ਫੈਸਲਾ ਕਰਨਾ ਹੈ, ਲੋਕਾਂ ਨੇ ਫੈਸਲਾ ਕਰਨਾ ਵੀ ਬੀ ਟੀਮ ਕੌਣ ਹੈ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ। ਇਸ ਨੂੰ ਸਾਡੇ ਨਾਲ ਪੰਜਾਬ ਕਾਂਗਰਸ ਦੇ ਸਪੋਕਸਪਰਸਨ ਸੁਖਦੇਵ ਸਿੰਘ, ਜੋ ਕਿ ਵੱਡੇ ਜਿਹੜੇ ਦੋਸ਼ ਲਾਉਂਦੇ ਹੋਏ ਨਜ਼ਰ ਆਏ ਨੇ ਆਮ ਆਦਮੀ ਪਾਰਟੀ ਸਰਕਾਰ ਦੇ। ਲਗਾਤਾਰ ਇਹੀ ਕਹਿੰਦੇ ਨਜ਼ਰ ਆਏ ਨੇ ਕਿ ਆਮ ਆਦਮੀ ਪਾਰਟੀ ਸਰਕਾਰ ਅਗਰ ਕੁਝ ਵੀ ਕਰਦੀ ਹੈ ਤੇ ਉਹ ਝੂਠ ਦਾ ਨੈਰੇਟਿਵ ਜਿਹੜਾ ਹੈ ਉਹ ਬਣਾ ਰਹੀ ਹੈ, ਜਿਸ ਦੇ ਉੱਤੇ ਇਹ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ। ਹਾਲਾਂਕਿ ਜਦੋਂ ਗੱਲ ਆਉਂਦੀ ਆ ਭਾਜਪਾ ਦੀ ਬੀ ਟੀਮ ਕਰਾਰ ਦੇਣ ਦੀ, ਤਾਂ ਐਲੀਗੇਸ਼ਨਸ ਦੋਨੋਂ ਪਾਰਟੀਆਂ ਦੇ ਉੱਤੇ ਲੱਗਦੇ ਨੇ, ਦੋਨੋਂ ਪਾਰਟੀਆਂ ਉਦਾਹਰਨਾਂ ਦਿੰਦੀਆਂ ਨੇ। ਤੇ ਇੱਥੇ ਸੁਖਦੇਵ ਸਿੰਘ ਹਰਾਂ ਨੇ ਇਹ ਆਪਣੀਆਂ ਉਦਾਹਰਨਾਂ ਦੇ ਕੇ ਇਹ ਦੱਸ ਦਿੱਤਾ, ਇੱਕ ਸਵਾਲ ਕਰ ਦਿੱਤਾ ਹੈ ਜਨਤਾ ਨੂੰ ਕਿ ਉਹ ਡਿਸਾਈਡ ਕਰੇ ਕਿ ਭਾਜਪਾ ਦੀ ਬੀ ਟੀਮ ਕੌਣ ਹੈ। ਕੈਮਰਾ ਪਰਸਨ ਪ੍ਰਵੀਨ ਦੇ ਨਾਲ ਸਾਹਿੰਦਰ ਉਲਾਸ, ਸਕਾਈ ਨਿਊਜ਼ ਪੰਜਾਬ, ਚੰਡੀਗੜ੍ਹ।